ਹਾਂਜੀ ਟ੍ਰੇਨੀਜ਼, ਸਤਿ ਸ਼੍ਰੀ ਅਕਾਲ। ਮੈਂ ਗੁਰਪ੍ਰੀਤ ਸਿੰਘ, RAC ਇੰਸਟ੍ਰਕਟਰ, ਗੌਰਮੈਂਟ ITI ਬਠਿੰਡਾ। ਜੋ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਏਅਰ ਡਿਸਟ੍ਰੀਬਿਊਸ਼ਨ ਇਨ ਕੰਡੀਸ਼ਨਡ ਸਪੇਸ। ਕਿ ਕੰਡੀਸ਼ਨ ਸਪੇਸ ਦੇ ਵਿੱਚ ਅਸੀਂ ਹਵਾ ਦੀ ਜੋ ਡਿਸਟ੍ਰੀਬਿਊਸ਼ਨ ਹੈ ਉਹਨੂੰ ਕਿਸ ਤਰ੍ਹਾਂ ਕਰਦੇ ਹਾਂ, ਅਤੇ ਅਸੀਂ ਡਿਜ਼ਾਈਨ ਵੇਲੇ ਜੋ ਸਾਡੇ ਵੱਖ-ਵੱਖ ਤਰ੍ਹਾਂ ਦੇ ਹੀਟ ਲੋਡ ਹੈ ਉਹਦੇ ਬਾਰੇ ਅਸੀਂ ਅੱਜ ਦੇ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਏਅਰ ਡਿਸਟ੍ਰੀਬਿਊਸ਼ਨ ਕੀ ਚੀਜ਼ ਹੈ। ਏਅਰ ਡਿਸਟ੍ਰੀਬਿਊਸ਼ਨ ਦਾ ਮਤਲਬ ਕੀ ਹੈ ਕਿ ਜਿਹੜੀ ਹਵਾ ਨੂੰ ਅਸੀਂ ਕੰਡੀਸ਼ਨਡ ਕਰ ਲਿਆ, ਜਿਹੜੇ ਹਵਾ ਦੇ ਹਾਲਾਤਾਂ ਨੂੰ ਅਸੀਂ ਚੇਂਜ ਕਰ ਲਿਆ, ਉਸ ਹਵਾ ਨੂੰ ਕੰਡੀਸ਼ਨਡ ਸਪੇਸ ਤੱਕ, ਜਿਹੜੀ ਜਗ੍ਹਾ ਨੂੰ ਅਸੀਂ ਠੰਡਾ ਕਰਨਾ ਬਿਲਡਿੰਗ ਦੀ, ਉਸ ਜਗ੍ਹਾ ਤੱਕ ਭੇਜਣਾ ਅਤੇ ਉਸ ਜਗ੍ਹਾ ਤੋਂ ਵਾਪਸ ਫਿਰ ਸਾਡੇ ਜੋ ਏਅਰ ਕੰਡੀਸ਼ਨਰ ਸਿਸਟਮ ਹੈ ਉਹਦੇ ਤੱਕ ਵਾਪਸ ਲੈ ਕੇ ਆਉਣਾ। ਜੋ ਸਾਡਾ ਉਹ ਹਵਾ ਦਾ ਆਦਾਨ ਪ੍ਰਦਾਨ ਹੈ ਉਹਨੂੰ ਅਸੀਂ ਏਅਰ ਡਿਸਟ੍ਰੀਬਿਊਸ਼ਨ ਸਿਸਟਮ ਕਹਿੰਦੇ ਹਾਂ, ਜਿਹਦੇ ਵਿੱਚ ਸਾਡੇ ਵੱਖ-ਵੱਖ ਤਰ੍ਹਾਂ ਦੇ ਉਹਦੇ 'ਚ ਕੰਪੋਨੈਂਟਸ ਆ ਜਾਂਦੇ ਆ, ਜਿਹਦੇ ਵਿੱਚ ਫੈਨ, ਫਿਲਟਰ, ਡੈਂਪਰ ਜਾਂ ਡਕਟ ਵਰਕ ਹੁੰਦਾ। ਡਕਟ ਵਰਕ ਦੇ ਵਿੱਚ ਸਾਡੇ ਕੋਲ ਸਪਲਾਈ ਡਕਟਸ, ਰਿਟਰਨ ਡਕਟਸ, ਸਪਲਾਈ ਆਊਟਲੈਟਸ ਅਤੇ ਰਿਟਰਨ ਆਊਟਲੈਟਸ ਜਿਹੜੇ ਹੈਗੇ ਆ ਉਹ ਹੋ ਸਕਦੇ ਆ। ਏਅਰ ਕੰਡੀਸ਼ਨਰ ਦੇ ਵਿੱਚ ਜਦੋਂ ਅਸੀਂ ਹਵਾ ਨੂੰ ਕੰਡੀਸ਼ਨਡ ਕਰ ਲੈਂਦੇ ਹਾਂ ਤਾਂ ਉਹਦੇ 'ਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਹਵਾ ਨੂੰ ਜਿਸ ਜਗ੍ਹਾ ਨੂੰ ਅਸੀਂ ਠੰਡਾ ਕਰਨਾ ਉਸ ਤੱਕ ਪ੍ਰੋਪਰ ਤਰੀਕੇ ਨਾਲ ਡਿਸਟਰੀਬਿਊਟ ਕੀਤਾ ਜਾ ਸਕੇ। ਇਸ ਕਰਕੇ ਉਹਦੀ ਪ੍ਰੋਪਰ ਤਰੀਕੇ ਨਾਲ ਡਿਸਟਰੀਬਿਊਸ਼ਨ ਦੇ ਲਈ ਸਾਡਾ ਜੋ ਹਵਾ ਦਾ ਡਿਸਟਰੀਬਿਊਸ਼ਨ ਸਿਸਟਮ ਹੈ, ਡਕਟ ਸਿਸਟਮ ਹੈ, ਜਾਂ ਜਿਹਦੇ 'ਚ ਡੈਂਪਰ ਹੈ, ਡਿਫਿਊਜ਼ਰ ਹੈ, ਉਹ ਸਾਡਾ ਪ੍ਰੋਪਰ ਤਰੀਕੇ ਨਾਲ ਡਿਜ਼ਾਈਨ ਹੋਣਾ ਚਾਹੀਦਾ ਤਾਂ ਕਿ ਜੋ ਸਾਡੀ ਹਵਾ ਉਹ ਪ੍ਰੋਪਰ ਤਰੀਕੇ ਨਾਲ ਡਿਸਟਰੀਬਿਊਟ ਹੋ ਸਕੇ। ਹੁਣ ਏਅਰ ਡਿਸਟ੍ਰੀਬਿਊਸ਼ਨ ਸਿਸਟਮ ਦੀਆਂ ਸਾਡੀਆਂ ਮੇਨ ਰਿਕੁਆਇਰਮੈਂਟਸ ਕੀ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਇੱਕ ਹਿਊਮਨ ਦੇ ਕੰਫਰਟ ਵਾਸਤੇ, ਇੱਕ ਮਨੁੱਖ ਦੇ ਆਰਾਮਦਾਇਕ ਮਤਲਬ ਕਿ ਇੱਕ ਊਰਜਾ ਵਾਸਤੇ ਸਾਨੂੰ ਇਕੱਲਾ ਟੈਂਪਰੇਚਰ ਹੀ ਜ਼ਰੂਰੀ ਨਹੀਂ, ਟੈਂਪਰੇਚਰ ਦੇ ਨਾਲ ਨਾਲ ਹਵਾ ਦੇ ਵਿੱਚ ਨਮੀ ਦੀ ਮਾਤਰਾ ਕਿੰਨੀ ਮੌਜੂਦ ਹੈ, ਹਵਾ ਦੀ ਗਤੀ ਸਾਡੇ ਕੰਫਰਟ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਜੇ ਹਵਾ ਦੀ ਗਤੀ ਬਹੁਤ ਜ਼ਿਆਦਾ ਤੇਜ਼ ਹੋਊਗੀ ਤਾਂ ਉਹਦੇ ਨਾਲ ਅਸੀਂ ਕੰਫਰਟੇਬਲ ਫੀਲ ਨਹੀਂ ਕਰਾਂਗੇ। ਜੇ ਹਵਾ ਦੀ ਗਤੀ ਬਹੁਤ ਘੱਟ ਹੈ ਤਾਂ ਉਹ ਵੀ ਸਾਡੇ ਵਾਸਤੇ ਅਨਕੰਫਰਟੇਬਲ ਹੋਊਗੀ। ਤਾਂ ਟੈਂਪਰੇਚਰ ਦੇ ਨਾਲ ਨਾਲ ਜਿਹੜੇ ਸਾਡੇ ਹੋਰ ਲੈਵਲਸ ਨੇ ਉਹ ਵੀ ਸਾਡੇ ਪ੍ਰੋਪਰ ਤਰੀਕੇ ਨਾਲ ਹੋਣੇ ਚਾਹੀਦੇ ਆ। ਤਾਂ ਏਅਰ ਡਿਸਟ੍ਰੀਬਿਊਸ਼ਨ ਦਾ ਮਤਲਬ ਇਹੀ ਹੈ ਕਿ ਉਹ ਸਾਨੂੰ ਪ੍ਰੋਪਰ ਲੈਵਲ ਦਾ ਜੋ ਟੈਂਪਰੇਚਰ ਆ ਉਹ ਪ੍ਰੋਵਾਈਡ ਕਰੇ, ਪ੍ਰੋਪਰ ਲੈਵਲ ਦਾ ਹਿਊਮਿਡਿਟੀ ਜੋ ਨਮੀ ਆ ਉਹ ਹੋਵੇ, ਪਿਓਰਿਟੀ ਜੋ ਹਵਾ ਦੀ ਉਹ ਸਾਨੂੰ ਪ੍ਰੋਵਾਈਡ ਕਰੇ, ਅਤੇ ਹਵਾ ਦਾ ਜੋ ਮੋਸ਼ਨ ਹੈ ਉਹ ਸਹੀ ਵੈਲੋਸਿਟੀ ਦਾ ਸਾਡੇ ਤੱਕ ਪਹੁੰਚ ਸਕੇ ਤਾਂ ਕਿ ਇੱਕ ਹਿਊਮਨ ਬੀਇੰਗ ਜੋ ਹੈ ਉਹ ਕੰਫਰਟੇਬਲ ਫੀਲ ਕਰ ਸਕੇ ਅਤੇ ਬਿਨਾਂ ਨੋਇਸ ਤੋਂ ਇਹਦੇ ਵਿੱਚ ਸਾਡਾ ਵਿਦਆਊਟ ਐਨੀ ਨੋਇਸ ਇਹ ਹੋਣਾ ਚਾਹੀਦਾ। ਹੁਣ ਆਕੂਪਾਈਡ ਜ਼ੋਨ ਕੀ ਚੀਜ਼ ਹੈ। ਆਕੂਪਾਈਡ ਜ਼ੋਨ ਦੇ ਵਿੱਚ ਜੋ ਸਾਡਾ ਫਲੋਰ ਤੋਂ ਲੈ ਕੇ ਹਾਈਟ ਜੋ ਸੀਲਿੰਗ ਦੀ ਹੈ ਸਾਡੇ, ਉਹਦੇ ਤੱਕ ਜੋ ਸਾਡੀ ਸਪੇਸ ਹੈ, ਜਿਹੜੀ ਜਗ੍ਹਾ ਨੂੰ ਅਸੀਂ ਠੰਡਾ ਕਰਨਾ ਉਹਨੂੰ ਅਸੀਂ ਆਕੂਪਾਈਡ ਜ਼ੋਨ ਕਹਿੰਦੇ ਹਾਂ। ਜਿਹੜੀ ਉਹਦੀ ਫਲੋਰ ਤੋਂ ਲੈ ਕੇ ਹਾਈਟ 1.5 ਮੀਟਰ ਤੋਂ ਲੈ ਕੇ 2 ਮੀਟਰ ਤੱਕ ਹੁੰਦੀ ਹੈ। ਜੋ ਦੀਵਾਰਾਂ ਦੀ ਅਸੀਂ ਗੱਲ ਕਰੀਏ ਤਾਂ ਦੀਵਾਰਾਂ ਤੋਂ ਉਹਦੀ ਦੂਰੀ ਅਸੀਂ ਅਪਰੋਕਸੀਮੇਟ ਜੋ ਹੈ 30 ਸੈਂਟੀਮੀਟਰ ਲੈ ਕੇ ਚੱਲਦੇ ਆ। ਜਿਵੇਂ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਪਾ ਰਹੇ ਹੋ, ਨੀਚੇ ਤੁਹਾਨੂੰ ਆਕੂਪਾਈਡ ਜ਼ੋਨ ਦਿਖਾਇਆ, ਫਰਸ਼ ਤੋਂ ਲੈ ਕੇ ਜੋ ਸੀਲਿੰਗ ਤੱਕ ਹੈ ਉਹਦੀ ਹਾਈਟ ਅਸੀਂ ਮੈਕਸੀਮਮ 2 ਮੀਟਰ ਲੈ ਕੇ ਚੱਲਦੇ ਹਾਂ। ਉਸ ਤੋਂ ਬਾਅਦ ਸਾਡਾ ਏਅਰ ਡਿਸਟ੍ਰੀਬਿਊਸ਼ਨ ਦੇ ਵਿੱਚ ਕੀ ਹੈ ਕਿ ਸਾਡੀ ਜਿਹੜੀ ਹਵਾ ਦੀ ਡਿਸਟ੍ਰੀਬਿਊਸ਼ਨ ਹੈ ਉਹ ਡਿਜ਼ਾਇਰਡ ਪੁਆਇੰਟ ਤੱਕ, ਮਤਲਬ ਕਿ ਕਮਰੇ ਦੇ ਵਿੱਚ ਜਿਹੜੀ ਜਗ੍ਹਾ ਨੂੰ ਅਸੀਂ ਠੰਡਾ ਕਰਨਾ ਹਰੇਕ ਪੁਆਇੰਟ ਤੱਕ ਪਹੁੰਚਣੀ ਚਾਹੀਦੀ ਹੈ। ਉਹਦੇ 'ਚ ਇਹ ਨਾ ਹੋਵੇ ਕਿ ਸਾਡੇ ਵਾਰਮ ਜਾਂ ਕੋਲਡ ਸਪੌਟਸ ਬਣ ਜਾਣ। ਵਾਰਮ ਜਾਂ ਕੋਲਡ ਸਪੌਟ ਦਾ ਮਤਲਬ ਕੀ ਹੈ ਕਿ ਇੱਕ ਪਾਸੇ ਸਾਡੀ ਠੰਡੀ ਹਵਾ ਪਹੁੰਚ ਰਹੀ ਹੈ, ਇੱਕ ਪਾਸੇ ਸਾਡੀ ਠੰਡੀ ਹਵਾ ਨਹੀਂ ਪਹੁੰਚ ਰਹੀ। ਜਿਹੜੇ ਪਾਸੇ ਸਾਡੀ ਠੰਡੀ ਹਵਾ ਪਹੁੰਚ ਰਹੀ ਹੈ ਉੱਧਰਲੀ ਜਗ੍ਹਾ ਸਾਡੀ ਕੋਲਡ ਹੋ ਗਈ ਤਾਂ ਉਹ ਸਾਡਾ ਕੋਲਡ ਸਪੌਟ ਹੈ, ਅਤੇ ਜਿਹੜੀ ਜਗ੍ਹਾ ਸਾਡਾ ਠੰਡੀ ਹਵਾ ਨਹੀਂ ਪਹੁੰਚ ਰਹੀ ਅਤੇ ਉਹ ਸਾਡਾ ਵਾਰਮ ਸਪੌਟ ਹੈ। ਤਾਂ ਏਅਰ ਡਿਸਟ੍ਰੀਬਿਊਸ਼ਨ ਸਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਾਰੇ ਕਿਤੇ ਸਾਡਾ ਜੋ ਯੂਨੀਫਾਰਮ ਇੱਕਸਾਰ ਜਿਹੜੀ ਹੈਗੀ ਆ ਹਵਾ ਦੀ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਵਾਰਮ ਜਾਂ ਕੋਲਡ ਸਪੌਟਸ ਸਾਡੇ ਕ੍ਰੀਏਟ ਨਾ ਹੋਣ। ਇਸੇ ਤਰ੍ਹਾਂ ਸਾਡਾ ਜੋ ਟੈਂਪਰੇਚਰ ਹੈ ਉਹ ਪ੍ਰੋਪਰ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਵੀ ਜਿਹੜੇ ਪਾਸੇ ਸਾਡੀ ਹਵਾ ਦੀ ਸਪਲਾਈ ਹੋ ਰਹੀ ਹੈ ਉਸ ਪਾਸੇ ਸਾਡਾ ਟੈਂਪਰੇਚਰ ਸਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਹੀ ਹੈ, ਦੂਸਰੀ ਸਾਈਡ 'ਤੇ ਸਾਡਾ ਜੋ ਟੈਂਪਰੇਚਰ ਹੈ ਉਹ ਜ਼ਿਆਦਾ ਹੈ। ਮੰਨ ਲਓ ਉਸੇ ਕਮਰੇ ਦੇ ਵਿੱਚ ਟੈਂਪਰੇਚਰ ਦਾ ਅੰਤਰ 4 ਜਾਂ 5 ਡਿਗਰੀ ਚੱਲ ਰਿਹਾ ਹੈ
ਤਾਂ ਉਸ ਰੂਮ ਦੇ ਵਿੱਚ ਜੋ ਸਾਡਾ ਟੈਂਪਰੇਚਰ 'ਚ ਅੰਤਰ ਹੈ ਉਹਦੀ ਰੇਂਜ ਅਸੀਂ ਮੈਕਸੀਮਮ 1 ਤੋਂ ਲੈ ਕੇ 2 ਡਿਗਰੀ ਤੱਕ ਜੋ ਹੋ ਸਕਦੀ ਹੈ। 2 ਡਿਗਰੀ ਤੋਂ ਸਾਡਾ ਜਿਹੜਾ ਟੈਂਪਰੇਚਰ ਦੇ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਅਸੀਂ ਵੈਲੋਸਿਟੀ ਦੀ ਗੱਲ ਕੀਤੀ ਹੈ। ਵੈਲੋਸਿਟੀ ਜਿਹੜੀ ਹੈਗੀ ਹੈ ਕਮਰੇ 'ਚ ਐਂ ਨਹੀਂ ਹੋਣੀ ਚਾਹੀਦੀ ਵੀ ਇੱਕ ਸਾਈਡ 'ਤੇ ਉਹ ਬਹੁਤ ਜ਼ਿਆਦਾ ਹੈ ਅਤੇ ਕਿਸੇ ਸਾਈਡ 'ਤੇ ਬਹੁਤ ਜ਼ਿਆਦਾ ਘੱਟ ਹੈ। ਬਹੁਤ ਜ਼ਿਆਦਾ ਹਾਈ ਹੋਏਗੀ ਤਾਂ ਉਹਦੇ ਨਾਲ ਸਾਡਾ ਨਾਇਸ ਲੈਵਲ ਜੋ ਹੈਗਾ ਉਹ ਵੀ ਹਾਈ ਹੋਊਗਾ। ਤਾਂ ਸਾਡੀਆਂ ਓਕੂਪੈਂਟਸ ਜਿਹੜੇ ਉਸ ਜਗ੍ਹਾ ਦੇ ਵਿੱਚ ਹੈਗੇ ਆ ਉਹਦੇ ਵਾਸਤੇ ਜੋ ਮਿਨੀਮਮ ਸਾਡੀ ਹਵਾ ਦੀ ਮੂਵਮੈਂਟ ਹੈ ਉਹ 7.5 ਮੀਟਰ ਪ੍ਰਤੀ ਮਿੰਟ ਤੋਂ ਲੈ ਕੇ 15 ਮੀਟਰ ਪ੍ਰਤੀ ਮਿੰਟ ਤੱਕ ਹੋ ਸਕਦੀ ਹੈ। ਪਰ ਇਹਦੇ ਵਿੱਚ ਕੰਡੀਸ਼ਨ ਇਹ ਹੈ ਕਿ ਸਾਡੀਆਂ ਕੰਮ ਕਰਨ ਦੀਆਂ ਕੰਡੀਸ਼ਨਸ ਅਲੱਗ-ਅਲੱਗ ਹੁੰਦੀਆਂ। ਇੱਕ ਜੋ ਪਰਸਨ ਹੈ ਕੋਈ ਉਹ ਬੈਠ ਕੇ ਕੰਮ ਕਰ ਰਿਹਾ ਰੈਸਟ ਪੋਜੀਸ਼ਨ ਦੇ ਵਿੱਚ ਹੈ। ਇੱਕ ਕੋਈ ਪਰਸਨ ਹੈ ਉਹ ਲੇਬਰੀਅਸ ਵਰਕ ਕਰ ਰਿਹਾ ਉਹ ਮੋਸ਼ਨ ਦੇ ਵਿੱਚ ਹੈ। ਜਦੋਂ ਕੋਈ ਵੀ ਪਰਸਨ ਮੋਸ਼ਨ ਦੇ ਵਿੱਚ ਹੈ ਤਾਂ ਉਦੋਂ ਉਹਨੂੰ ਜੋ ਡਿਜ਼ਾਇਰਡ ਵੈਲੋਸਿਟੀ ਹੈ ਉਹ ਜ਼ਿਆਦਾ ਹੋ ਸਕਦੀ ਹੈ। ਤਾਂ ਇਸ ਕਰਕੇ ਜੋ ਮੈਕਸੀਮਮ ਅਲਾਉਏਬਲ ਵੈਲੋਸਿਟੀ ਹੈ ਉਹ ਰੈਸਟ ਦੇ ਵਿੱਚ 15 ਮੀਟਰ ਪ੍ਰਤੀ ਮਿੰਟ ਅਤੇ ਜਦੋਂ ਉਹ ਮੋਸ਼ਨ ਦੇ ਵਿੱਚ ਹੈ ਉਦੋਂ ਉਹ 20 ਮੀਟਰ ਪ੍ਰਤੀ ਮਿੰਟ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਹੈ। ਏਅਰ ਸਪਲਾਈ ਅਸੀਂ ਏਅਰ ਡਿਸਟਰੀਬਿਊਸ਼ਨ ਸਿਸਟਮ ਦੇ ਨਾਲ ਕਰਦੇ ਹਾਂ। ਜਿਹੜੀ ਹਵਾ ਸਾਡੀ ਸਪਲਾਈ ਡਕਟ ਦੇ ਵਿੱਚੋਂ ਸਪਲਾਈ ਆਊਟਲੈਟ ਦੇ ਵਿੱਚੋਂ ਸਾਡੇ ਰੂਮ ਦੇ ਵਿੱਚ ਦਾਖਲ ਹੁੰਦੀ ਹੈ ਉਸ ਹਵਾ ਨੂੰ ਅਸੀਂ ਪ੍ਰਾਇਮਰੀ ਏਅਰ ਕਹਿੰਦੇ ਹਾਂ। ਉਹ ਪ੍ਰਾਇਮਰੀ ਏਅਰ ਜਿਹੜੀ ਰੂਮ ਦੇ ਵਿੱਚ ਹਵਾ ਹੈ ਉਹਦੇ ਨਾਲ ਅਟੈਂਡ ਹੁੰਦੀ ਹੈ ਉਹਨੂੰ ਪਿਕ ਕਰਦੀ ਹੈ ਨਾਲ। ਤਾਂ ਜਿਹੜੀ ਉਹ ਹਵਾ ਸਾਡੀ ਉਹਨੂੰ ਅਸੀਂ ਸੈਕੰਡਰੀ ਹਵਾ ਕਹਿੰਦੇ ਹਾਂ। ਸੈਕੰਡਰੀ ਏਅਰ ਐਂਡ ਪ੍ਰਾਇਮਰੀ ਏਅਰ। ਜਿਹੜੀ ਪ੍ਰਾਇਮਰੀ ਏਅਰ ਅਤੇ ਸੈਕੰਡਰੀ ਏਅਰ ਉਹ ਮਿਲ ਕੇ ਸਾਡੀ ਟੋਟਲ ਏਅਰ ਬਣ ਜਾਂਦੀ ਹੈ। ਜਦੋਂ ਹੁਣ ਸਾਡੀ ਪ੍ਰਾਇਮਰੀ ਏਅਰ ਜਿਹੜੀ ਹੈ ਉਹ ਸਪਲਾਈ ਡਕਟ ਦੇ ਵਿੱਚੋਂ ਸਾਡੇ ਕੰਡੀਸ਼ਨਡ ਸਪੇਸ 'ਚ ਐਂਟਰ ਹੋ ਰਹੀ ਹੈ ਤਾਂ ਉਦੋਂ ਉਹਦੀ ਜਿਹੜੀ ਵੈਲੋਸਿਟੀ ਹੈ ਉਹ ਜ਼ਿਆਦਾ ਹੈ। ਪਰ ਜੋ ਕਮਰੇ ਦੇ ਵਿੱਚ ਹਵਾ ਮੌਜੂਦ ਹੈ ਉਹਦੀ ਜੋ ਵੈਲੋਸਿਟੀ ਹੈ ਜੋ ਉਹਦੀ ਗਤੀ ਹੈ ਉਹ ਘੱਟ ਹੈ। ਅਤੇ ਜਦੋਂ ਉਹ ਪ੍ਰਾਇਮਰੀ ਏਅਰ ਸਾਡੇ ਰੂਮ ਦੀ ਏਅਰ ਨਾਲ ਮਿਕਸ ਹੁੰਦੀ ਹੈ ਤਾਂ ਉਹਦੇ ਨਾਲ ਜੋ ਸਾਡਾ ਹਵਾ ਦਾ ਵੋਲੀਅਮ ਹੈ ਉਸ ਕੰਡੀਸ਼ਨਡ ਸਪੇਸ ਦੇ ਵਿੱਚ ਹਵਾ ਦਾ ਜੋ ਆਇਤਨ ਹੈ ਉਹ ਵੱਧ ਜਾਂਦਾ ਹੈ। ਅਤੇ ਜੋ ਹਵਾ ਦੋਨੋਂ ਮਿਲ ਕੇ ਉਹਨਾਂ ਦੀ ਜਿਹੜੀ ਗਤੀ ਹੈ ਉਹ ਘੱਟ ਹੋ ਜਾਂਦੀ ਹੈ ਡਿਕਰੀਜ਼ ਹੋ ਜਾਂਦੀ ਹੈ। ਅਤੇ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਫਿਰ ਜੋ ਸਾਡੇ ਵੱਖ-ਵੱਖ ਤਰ੍ਹਾਂ ਦੇ ਸਪਲਾਈ ਏਅਰ ਆਊਟਲੈਟਸ ਜਾਂ ਰਿਟਰਨ ਏਅਰ ਆਊਟਲੈਟਸ ਨੇ ਉਹਨਾਂ ਦੇ ਨਾਲ ਅਸੀਂ ਉਹਨਾਂ ਦਾ ਬੈਲੈਂਸ ਜੋ ਹੈ ਉਹ ਕ੍ਰੀਏਟ ਕਰਦੇ ਹਾਂ। ਵੱਖ-ਵੱਖ ਤਰ੍ਹਾਂ ਦੇ ਜੋ ਸਾਡੇ ਸਪਲਾਈ ਏਅਰ ਆਊਟਲੈਟਸ ਹੋ ਸਕਦੇ ਆ ਉਹਨਾਂ ਦੀਆਂ ਕਿਸਮਾਂ ਉਹ ਸਾਡੇ ਸਾਈਡ ਆਊਟਲੈਟ ਗ੍ਰਿਲ ਹੋ ਸਕਦੇ ਆ, ਸੀਲਿੰਗ ਡਿਫਿਊਜ਼ਰ, ਲੀਨੀਅਰ ਗ੍ਰਿਲਜ਼, ਵਰਟੀਕਲ ਵੇਨਸ, ਪਰਫੋਰੇਟਡ ਸੀਲਿੰਗ ਪੈਨਲਸ ਇਹ ਸਾਡੇ ਹੋ ਸਕਦੇ ਆ। ਉਸੇ ਤਰ੍ਹਾਂ ਇਹਨਾਂ ਦੀ ਲੋਕੇਸ਼ਨ ਵੱਖਰੀ ਵੱਖਰੀ ਹੋ ਸਕਦੀ ਆ। ਜਿਵੇਂ ਸਾਡੇ ਕੋਲੇ ਸਾਈਡ ਆਊਟਲੈਟ ਗ੍ਰਿਲ ਨੇ, ਸਾਈਡ ਜੋ ਸਾਡੇ ਵਾਲ ਦੇ ਵਿੱਚ ਇਹ ਫਿੱਟ ਕੀਤੇ ਜਾਂਦੇ ਆ ਉਸ ਵਾਲ ਤੋਂ ਜੋ ਹਵਾ ਹੈ ਉਹ ਹੌਰੀਜੌਂਟਲੀ ਸਿੱਧੇ ਰੂਪ ਦੇ ਵਿੱਚ ਹਵਾ ਦੇ ਆਪਣੇ ਕਮਰੇ ਦੇ ਵਿੱਚ ਜੋ ਹੈ ਉਹ ਸਪਰੈਡ ਹੁੰਦੀ ਹੈ। ਸੀਲਿੰਗ ਡਿਫਿਊਜ਼ਰ ਸਾਡੇ ਛੱਤ ਵਾਸਤੇ ਯੂਜ਼ ਹੁੰਦੇ ਆ। ਇਸੇ ਤਰ੍ਹਾਂ ਇਹਨਾਂ ਦੀ ਜੋ ਹੈ ਲੋਕੇਸ਼ਨ ਅਲੱਗ-ਅਲੱਗ ਹੋ ਸਕਦੀ ਹੈ। ਵਰਟੀਕਲ ਵੇਨਸ ਹੈ ਜਾਂ ਪਰਫੋਰੇਟਡ ਸੀਲਿੰਗਸ ਹੈ ਇੰਡਸਟਰੀਅਲ ਪਰਪਸ ਵਾਸਤੇ ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਉਸੇ ਤਰ੍ਹਾਂ ਤੁਸੀਂ ਨਾਲ ਦੀ ਇਹਦੀ ਇਮੇਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਪਲਾਈ ਏਅਰ ਆਊਟਲੈਟਸ ਦੇਖ ਰਹੇ ਹੋ ਜਿਹਦੇ ਵਿੱਚ ਤੁਹਾਡੇ ਸਕੁਏਅਰ ਡਿਫਿਊਜ਼ਰ, ਸਰਕੂਲਰ ਡਿਫਿਊਜ਼ਰ, ਸਵਿਰਲ ਡਿਫਿਊਜ਼ਰ, ਜੈਟ ਡਿਫਿਊਜ਼ਰ, ਗ੍ਰਿਲਜ਼ ਦੇਖ ਰਹੇ ਹੋ। ਗ੍ਰਿਲਜ਼ ਦੇ ਵਿੱਚ ਕੀ ਹੈ ਕਿ ਸਾਡਾ ਜੋ ਵੇਨਸ ਦੀ ਹੈ ਉਹਦੀ ਕੋਈ ਡਿਫਲੈਕਸ਼ਨ ਨਹੀਂ ਹੁੰਦੀ, ਡਾਇਰੈਕਟ ਉਹਦੇ ਵਿੱਚੋਂ ਏਅਰ ਪਾਸ ਕਰਦੀ ਹੈ। ਡਿਫਿਊਜ਼ਰ ਦੇ ਵਿੱਚ ਜੋ ਸਾਡੇ ਵੇਨ ਹੈ ਉਹਨਾਂ ਦੇ ਵੇਨਸ ਦੀ ਡਿਫਲੈਕਸ਼ਨ ਹੁੰਦੀ ਹੈ। ਅਸੀਂ ਉਹਨਾਂ ਵੇਨਸ 'ਚ ਡਿਫਲੈਕਸ਼ਨ ਕਰਕੇ ਡਿਜ਼ਾਇਰਡ ਡਾਇਰੈਕਸ਼ਨ ਦੇ ਵਿੱਚ ਜੋ ਸਾਡੀ ਏਅਰ ਹੈ ਉਹਨੂੰ ਲੈ ਕੇ ਜਾ ਸਕਦੇ ਆ। ਇਹ ਹੁਣ ਜਿਵੇਂ ਤਸਵੀਰ 'ਚ ਤੁਸੀਂ ਦੇਖ ਰਹੇ ਹੋ ਕਿ ਹਵਾ ਦੀ ਜਿਹੜੀ ਡਿਸਟਰੀਬਿਊਸ਼ਨ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ। ਜਿਵੇਂ ਹੁਣ ਅਸੀਂ ਪਹਿਲਾਂ ਸ਼ੁਰੂ ਦੇ ਵਿੱਚ ਪੜ੍ਹਿਆ ਕਿ ਸਾਡਾ ਜੋ ਡਿਜ਼ਾਇਰਡ ਪੁਆਇੰਟ, ਡਿਜ਼ਾਇਰਡ ਟੈਂਪਰੇਚਰ, ਡਿਜ਼ਾਇਰਡ ਵੈਲੋਸਿਟੀ ਏਅਰ ਡਿਸਟਰੀਬਿਊਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ। ਹੁਣ ਇਹਦੇ ਵਿੱਚ ਸਾਡੀ ਜੋ ਹਵਾ ਦੀ ਡਿਸਟਰੀਬਿਊਸ਼ਨ ਹੈ ਉਹ ਡਿਜ਼ਾਇਰਡ ਪੁਆਇੰਟ 'ਤੇ ਨਹੀਂ ਪਹੁੰਚ ਰਹੀ। ਜਿਵੇਂ ਤੁਸੀਂ ਇਸ 'ਚ ਦੇਖ ਰਹੇ ਹੋ ਕਿ ਇਸ ਜਗ੍ਹਾ ਦੇ ਉੱਪਰ ਸਾਡੀ ਜੋ ਹਵਾ ਹੈ ਉਹ ਠੰਡੀ ਹਵਾ ਨਹੀਂ ਪਹੁੰਚ ਰਹੀ ਤਾਂ ਇਹਦੇ ਵਿੱਚ ਸਾਡੇ ਕੋਲੇ ਕੋਲਡ ਸਪੌਟਸ ਅਤੇ ਵਾਰਮ ਸਪੌਟ ਪ੍ਰੋਡਿਊਸ ਹੋ ਰਹੇ ਆ। ਤਾਂ ਇਸ ਕਰਕੇ ਇਹ ਜੋ ਸਾਡਾ ਹਵਾ ਦਾ ਪੈਟਰਨ ਹੈ ਇਹ ਸਹੀ ਨਹੀਂ ਹੈ। ਇਸੇ ਤਰ੍ਹਾਂ ਇਹਦੇ ਵਿੱਚ ਸਾਡਾ ਜੋ ਹਵਾ ਦਾ ਡਿਸਟਰੀਬਿਊਸ਼ਨ ਹੈ ਉਹ ਪ੍ਰੋਪਰ ਤਰੀਕੇ ਨਾਲ ਹੋ ਰਿਹਾ। ਸਾਰੇ ਰੂਮ ਦੇ ਵਿੱਚ ਜੋ ਹਵਾ ਹੈ ਉਹ ਡਿਸਟਰੀਬਿਊਟ ਹੋ ਰਹੀ ਹੈ। ਤਾਂ ਜੇ ਉਹਦੇ ਵਿੱਚ ਹਵਾ ਸਾਡੀ ਡਿਸਟਰੀਬਿਊਟ ਸਹੀ ਹੋਏਗੀ ਤਾਂ ਉਹਦੇ ਨਾਲ ਕੀ ਹੋਏਗਾ ਸਾਡੇ ਰੂਮ ਦੇ ਵਿੱਚ ਯੂਨੀਫਾਰਮ ਟੈਂਪਰੇਚਰ ਹੈ ਜੋ ਜਾਂ ਉਹਦੀ ਜੋ ਵੈਲੋਸਿਟੀ ਹੈ ਉਹ ਸਹੀ ਤਰੀਕੇ ਨਾਲ ਸਾਨੂੰ ਮਿਲੂਗੀ।
ਇਸੇ ਤਰ੍ਹਾਂ ਸਾਡੇ 에ਅਰ ਡਿਸਟ੍ਰੀਬਿਊਸ਼ਨ ਦੇ ਅਲੱਗ-ਅਲੱਗ ਅਰੇਂਜਮੈਂਟ ਹੋ ਸਕਦੇ ਹੈ। ਜਿਵੇਂ ਤੁਸੀਂ ਇਸ ਫਿਗਰ ਦੇ ਵਿੱਚ ਸਾਡੇ ਕੋਲ ਦੇਖ ਰਹੇ ਹੋ, ਇਹਦੇ ਵਿੱਚ ਜੋ ਸਾਡੀ ਸਪਲਾਈ ਡਕਟ ਹੈ ਤੇ ਰਿਟਰਨ ਡਕਟ ਹੈ, ਉਹਨੂੰ ਅਸੀਂ ਸੇਮ ਵਾਲ ਦੇ ਵਿੱਚ ਇੰਸਟਾਲ ਕੀਤਾ ਹੋਇਆ ਹੈ। ਜੋ ਸਾਡੀ ਆਹ ਵਾਲੀ ਡਕਟ ਹੈ ਇਹ ਸਪਲਾਈ ਡਕਟ ਹੈ ਅਤੇ ਇਹ ਸਾਡੀ ਰਿਟਰਨ ਡਕਟ ਹੈ। ਇਸ ਦੇ ਵਿੱਚੋਂ ਸਪਲਾਈ ਡਕਟ ਦੇ ਵਿੱਚੋਂ ਸਾਡੀ ਏਅਰ ਇਸ ਕੰਡੀਸ਼ਨਡ ਸਪੇਸ ਦੇ ਵਿੱਚ ਐਂਟਰ ਹੋ ਰਹੀ ਹੈ ਤੇ ਰਿਟਰਨ ਡਕਟ ਦੇ ਵਿੱਚੋਂ ਵਾਪਸ ਜੋ ਹੈ ਜਾ ਰਹੀ ਹੈ। ਇਹਦੇ ਵਿੱਚ ਸਿਸਟਮ 'ਚ ਸਾਡਾ ਪ੍ਰੈਸ਼ਰ ਡਰੋਪ ਨਾ ਆਵੇ ਤਾਂ ਉਹਦੇ ਵਾਸਤੇ ਅਸੀਂ ਰਿਟਰਨ ਜੋ ਡਕਟ ਹੈ ਸਾਡਾ, ਉਹਦੇ 'ਚ ਵੀ ਜੋ ਵੈਲੋਸਿਟੀ ਦਾ ਫਲੋ ਹੈ ਉਹ ਅਸੀਂ 500 ਐਫਪੀਐਮ ਤੱਕ ਜੋ ਹੈ ਰੱਖਦੇ ਹਾਂ, ਤਾਂ ਕਿ ਸਾਡੇ ਕੰਡੀਸ਼ਨਡ ਸਪੇਸ ਦੇ ਵਿੱਚ ਪ੍ਰੈਸ਼ਰ ਡਰੋਪ ਨਾ ਆਵੇ। ਇਸੇ ਤਰ੍ਹਾਂ ਤੁਸੀਂ ਦੂਸਰੀ ਇਮੇਜ ਦੇ ਵਿੱਚ ਦੇਖ ਪਾ ਰਹੇ ਹੋ, ਜਿਹਦੇ ਵਿੱਚ ਸਪਲਾਈ ਏਅਰ ਤੇ ਰਿਟਰਨ ਏਅਰ ਦੀਆਂ ਜੋ ਲੋਕੇਸ਼ਨਸ ਨੇ ਉਹ ਵੱਖ-ਵੱਖ ਨੇ। ਤਾਂ ਇਹਦੇ ਵਿੱਚ ਜੋ ਬਹੁਤ ਵਧੀਆ ਤਰੀਕੇ ਨਾਲ ਯੂਨੀਫਾਰਮ ਤਰੀਕੇ ਨਾਲ ਹਵਾ ਦੀ ਜਿਹੜੀ ਹੈ ਡਿਸਟ੍ਰੀਬਿਊਸ਼ਨ ਹੋ ਰਹੀ ਹੈ। ਇਸੇ ਤਰ੍ਹਾਂ ਜੋ ਸਾਡੀ ਤੀਸਰੀ ਇਮੇਜ ਹੈ, ਉਹਦੇ ਵਿੱਚ ਸਾਡੀ ਜੋ ਸਪਲਾਈ ਏਅਰ ਡਕਟ ਹੈ ਤੇ ਰਿਟਰਨ ਏਅਰ ਡਕਟ ਹੈ, ਉਹਨਾਂ ਨੂੰ ਅਸੀਂ ਕੰਬਾਈਨਡ ਕੀਤਾ ਹੋਇਆ। ਜੋ ਸਾਈਡ ਦੇ ਵਿੱਚੋਂ ਸਾਡੀ ਜੋ ਏਅਰ ਹੈ ਉਹ ਇਸ ਕੰਡੀਸ਼ਨਡ ਸਪੇਸ ਦੇ ਵਿੱਚ ਇੰਟਰ ਹੋ ਰਹੀ ਹੈ ਪ੍ਰੋਪਰ ਤਰੀਕੇ ਨਾਲ, ਤੇ ਇੱਥੋਂ ਉਹ ਸੈਂਟਰ ਦੇ ਵਿੱਚੋਂ ਵਾਪਸ ਰਿਟਰਨ ਹੋ ਰਹੀ ਹੈ। ਇਹਦੇ ਨਾਲ 1 ਨੰਬਰ ਇਮੇਜ ਤੇ 2 ਨੰਬਰ ਇਮੇਜ ਤੋਂ ਵੀ ਜ਼ਿਆਦਾ ਜੋ ਹੈ ਅਸੀਂ ਪ੍ਰੋਪਰ ਯੂਨੀਫਾਰਮ ਇੱਕਸਾਰ ਤਰੀਕੇ ਨਾਲ ਜਿਹੜੀ ਹਵਾ ਦੀ ਡਿਸਟ੍ਰੀਬਿਊਸ਼ਨ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਇੱਕ ਏਅਰ ਡਿਸਟ੍ਰੀਬਿਊਸ਼ਨ ਦੇ ਨਾਲ ਜਿਹੜੀ ਜਗ੍ਹਾ ਨੂੰ ਅਸੀਂ ਠੰਡਾ ਕਰਨਾ ਹੈ ਉਹਦੀ ਪ੍ਰੋਪਰ ਇੰਸਟਾਲੇਸ਼ਨ ਦੇ ਵਾਸਤੇ ਸਾਡਾ ਹੀਟ ਲੋਡ ਸਰਵੇ ਹੋਣਾ ਬਹੁਤ ਜ਼ਰੂਰੀ ਹੈ। ਹੀਟ ਲੋਡ ਸਰਵੇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੋ ਅਸੀਂ ਬਿਲਡਿੰਗ ਨੂੰ ਠੰਡਾ ਕਰਨਾ ਹੈ ਉਹਦੇ ਵਾਸਤੇ ਸਾਨੂੰ ਕਿੰਨੀ ਕਪੈਸਿਟੀ ਦੇ ਜੋ ਹੈ ਏਅਰ ਕੰਡੀਸ਼ਨਰ ਦੀ ਜ਼ਰੂਰਤ ਹੈ। ਉਹਦੇ ਵਾਸਤੇ ਸਾਡੇ ਕੋਲੇ ਵੱਖ-ਵੱਖ ਪੁਆਇੰਟ ਨੇ, ਜਿਨ੍ਹਾਂ ਦੇ ਉੱਪਰ ਮਤਲਬ ਕਿ ਸਾਡਾ ਜੋ ਕੰਡੀਸ਼ਨਡ ਸਪੇਸ ਦੀ ਕਪੈਸਿਟੀ ਹੈ ਜਾਂ ਸਾਡੇ ਏਸੀ ਦੀ ਕਪੈਸਿਟੀ ਆ ਉਹ ਡਿਪੈਂਡ ਕਰਦੀ ਹੈ। ਉਹਦੇ ਵਿੱਚ ਸਾਡਾ ਆ ਜਾਂਦਾ ਹੈ ਆਊਟਡੋਰ ਕੰਡੀਸ਼ਨਸ ਕਿਹੋ ਜਿਹੀਆਂ ਨੇ ਸਾਡੀਆਂ, ਬਾਹਰ ਦੀਆਂ ਕੰਡੀਸ਼ਨਸ, ਬਾਹਰ ਦਾ ਤਾਪਮਾਨ, ਉੱਥੋਂ ਦੀ ਨਮੀ ਦੀ ਮਾਤਰਾ ਕਿਸ ਤਰ੍ਹਾਂ ਹੈ, ਉਹਦੇ 'ਤੇ ਨਿਰਭਰ ਕਰਦਾ ਹੈ। ਫਿਰ ਅਸੀਂ ਇਨਸਾਈਡ ਏਅਰ ਕੰਡੀਸ਼ਨਸ ਕਿਹੋ ਜਿਹੀਆਂ ਸਾਡੀਆਂ, ਬਿਲਡਿੰਗ ਦਾ ਸਾਈਜ਼ ਕੀ ਹੈ, ਸਪੋਜ਼ ਕਰੋ ਅਸੀਂ ਗਰਾਊਂਡ ਫਲੋਰ 'ਤੇ ਕੂਲਿੰਗ ਲੈਣੀ ਹੈ ਜਾਂ ਟੋਪ ਫਲੋਰ 'ਤੇ ਲੈਣੀ ਹੈ, ਤਾਂ ਜਾਂ ਬਿਲਡਿੰਗ ਦਾ ਸਾਈਜ਼ ਛੋਟਾ ਹੈ ਜਾਂ ਵੱਡਾ ਹੈ, ਇਹਦੇ 'ਤੇ ਡਿਪੈਂਡ ਕਰਦਾ ਸਾਡਾ ਹੀਟ ਲੋਡ। ਫਿਰ ਜੋ ਮਟੀਰੀਅਲ ਹੈ ਬਿਲਡਿੰਗ ਦਾ, ਉਹ ਵੀ ਇੱਕ ਖਾਸ ਇਹਦੇ 'ਚ ਫੈਕਟਰ ਹੈ, ਕਿਉਂਕਿ ਜੋ ਮਟੀਰੀਅਲਸ ਹੁੰਦੇ ਆ ਉਹਨਾਂ ਦਾ ਜੋ ਹੀਟ ਟਰਾਂਸਫਰ ਦਰ ਹੈ ਉਹਨਾਂ ਦੀ ਉਹ ਵੱਖ-ਵੱਖ ਹੁੰਦੀ ਹੈ। ਜਿਵੇਂ ਅਸੀਂ ਕਹਿ ਦਈਏ ਵੀ ਬਿਲਡਿੰਗ ਬਣਾਉਣ ਵਾਸਤੇ ਅਸੀਂ ਬ੍ਰਿਕਸ ਯੂਜ਼ ਕੀਤੀਆਂ ਜਾਂ ਵੁੱਡ ਯੂਜ਼ ਕੀਤਾ ਜਾਂ ਕੋਈ ਹੋਰ ਮਟੀਰੀਅਲ ਹੈ, ਤਾਂ ਉਹਨਾਂ ਵੱਖ-ਵੱਖ ਪਦਾਰਥਾਂ ਦਾ ਅਲੱਗ-ਅਲੱਗ ਮਟੀਰੀਅਲ ਦੀ ਜੋ ਹੀਟ ਟਰਾਂਸਫਰ ਦੀ ਦਰ ਹੈ ਉਹ ਵੱਖਰੀ-ਵੱਖਰੀ ਹੋਵੇਗੀ। ਤਾਂ ਇਸੇ ਤਰ੍ਹਾਂ ਇੱਕ ਬਿਲਡਿੰਗ ਦੇ ਵਿੱਚ ਜੇ ਜ਼ਿਆਦਾ ਸ਼ੀਸ਼ੇ ਉਹਦੇ ਆਸੇ-ਪਾਸੇ ਲੱਗੇ ਹੋਏ ਨੇ ਤਾਂ ਉਹਦੇ ਵਿੱਚ ਜੋ ਹੀਟ ਅੰਦਰ ਆਉਣ ਦੀ ਸੰਭਾਵਨਾ ਜ਼ਿਆਦਾ ਹੋਏਗੀ। ਤਾਂ ਇਸ ਕਰਕੇ ਉਸ ਬਿਲਡਿੰਗ 'ਚ ਕਿੰਨੇ ਡੋਰਜ਼ ਨੇ, ਕਿੰਨੀਆਂ ਵਿੰਡੋਜ਼ ਨੇ, ਵੈਂਟੀਲੇਸ਼ਨ ਦੇ ਸਾਧਨ ਜੋ ਹਵਾ ਉਹਦੇ ਵਿੱਚੋਂ ਸਰਕੂਲੇਟ ਕਰ ਰਹੀ ਹੈ, ਉਹਨਾਂ ਸਾਰੀਆਂ ਚੀਜ਼ਾਂ 'ਤੇ ਇਹ ਨਿਰਭਰ ਕਰਦਾ ਹੈ। ਫਿਰ ਜਿਹੜੀ ਜਗ੍ਹਾ ਨੂੰ ਅਸੀਂ ਠੰਡਾ ਕਰਨਾ ਉਹਦੇ 'ਚ ਓਕੂਪੈਂਟਸ ਕਿੰਨੇ ਹੈ, ਕਿ ਕਿੰਨੇ ਜਣੇ ਅਸੀਂ ਉੱਥੇ ਜੋ ਪਰਸਨ ਹੈ ਉਹਨਾਂ ਵਾਸਤੇ ਉਸ ਜਗ੍ਹਾ ਨੂੰ ਯੂਜ਼ ਕਰਨਾ ਹੈਗਾ, ਉਹਦੇ 'ਤੇ ਹੀਟ ਲੋਡ ਸਾਡਾ ਨਿਰਭਰ ਕਰਦਾ ਹੈ। ਇਲੈਕਟ੍ਰੀਕਲ ਐਪਲੀਐਂਸਸ, ਬਿਜਲੀ ਨਾਲ ਜੋ ਚੱਲਣ ਵਾਲਾ ਸਾਡਾ ਸਮਾਨ ਹੈ, ਜਦੋਂ ਉਹ ਚੱਲਦਾ ਤਾਂ ਉਹਦੇ ਵਿੱਚੋਂ ਹੀਟ ਪੈਦਾ ਹੁੰਦੀ ਹੈ, ਉਹ ਸਾਡੇ ਜਿਹੜੇ ਐਪਲੀਐਂਸਸ ਨੇ ਉਹ ਕਿੰਨੇ ਹੈ, ਅਤੇ ਅਸੀਂ ਉਸ ਕੰਡੀਸ਼ਨਡ ਸਪੇਸ ਦੇ ਵਿੱਚ ਜੋ ਕਿੰਨਾ ਟੈਂਪਰੇਚਰ ਅਸੀਂ ਮੇਨਟੇਨ ਕਰਕੇ ਰੱਖਣਾ ਹੈਗਾ, ਇਹ ਜੋ ਕੁਛ ਫੈਕਟ ਸਰਵੇ ਹੈ ਜਿਹਦੇ ਉੱਪਰ ਸਾਡਾ ਇੱਕ ਏਸੀ ਦਾ ਜੋ ਡਿਜ਼ਾਈਨ ਹੈ ਉਹ ਡਿਪੈਂਡ ਕਰਦਾ ਹੈ। ਇਹਦੇ ਵਾਸਤੇ ਸਾਨੂੰ ਹੀਟ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤਾਪ ਜੋ ਹੈ ਉਹ ਸਾਡੇ ਕੋਲੇ ਬੇਸਿਕਲੀ ਅਸੀਂ ਉਹਨਾਂ ਦੀ ਵੰਡ ਕਰਦੇ ਹਾਂ 2 ਤਰੀਕਿਆਂ ਨਾਲ। ਇੱਕ ਸਾਡੇ ਕੋਲੇ ਹੈ ਸੈਂਸੀਬਲ ਹੀਟ ਅਤੇ ਇੱਕ ਸਾਡੇ ਕੋਲੇ ਹੈ ਲੇਟੈਂਟ ਹੀਟ। ਸੈਂਸੀਬਲ ਹੀਟ ਦਾ ਮਤਲਬ ਸੈਂਸ ਤੋਂ ਬਣਿਆ, ਸੈਂਸ ਦਾ ਮਤਲਬ ਵੀ ਜਿਹਨੂੰ ਅਸੀਂ ਮਹਿਸੂਸ ਕਰ ਸਕੀਏ। ਹੁਣ ਮਹਿਸੂਸ ਦੀ ਜੇ ਗੱਲ ਕਰੀਏ, ਸਾਡੇ ਕੋਲ ਕੋਈ ਪਦਾਰਥ ਹੈ ਤਾਂ ਜਦੋਂ ਉਹਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹਦਾ ਮਤਲਬ ਅਸੀਂ ਕਹਿੰਦੇ ਹਾਂ ਵੀ ਇਹਦੇ ਵਿੱਚ ਹੀਟ ਹੋਰ ਐਡ ਹੋ ਗਈ। ਤਾਂ ਇਹਦਾ ਮਤਲਬ ਸੈਂਸੀਬਲ ਹੀਟ ਉਸ ਹੀਟ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਪਦਾਰਥ ਦਾ ਤਾਪਮਾਨ ਬਦਲ ਜੇ ਪਰ ਉਹਦੀ ਦਸ਼ਾ ਨਾ ਬਦਲੇ। ਦਸ਼ਾ ਦਾ ਮਤਲਬ ਜਿਵੇਂ ਪਦਾਰਥ ਸਾਡਾ ਤਰਲ ਅਵਸਥਾ 'ਚ ਹੋ ਸਕਦਾ ਹੈ, ਗੈਸ ਅਵਸਥਾ ਦੇ ਵਿੱਚ ਹੋ ਸਕਦਾ ਹੈ, ਠੋਸ ਅਵਸਥਾ ਦੇ ਵਿੱਚ ਹੋ ਸਕਦਾ ਹੈ, ਅਤੇ ਉਹਦਾ ਜੋ ਦਸ਼ਾ ਹੈ ਉਹ ਨਾ ਬਦਲੇ ਪਰ ਤਾਪਮਾਨ 'ਚ ਤਬਦੀਲੀ ਆ ਜਾਵੇ, ਉਹਨੂੰ ਅਸੀਂ ਸੈਂਸੀਬਲ ਹੀਟ ਕਹਿੰਦੇ ਹਾਂ। ਉਸੇ ਤਰ੍ਹਾਂ ਲੇਟੈਂਟ ਹੀਟ ਹੈ ਜੋ ਸਾਡੀ, ਉਹਨੂੰ ਅਸੀਂ ਛੁਪੀ ਹੋਈ ਹੀਟ ਕਹਿੰਦੇ ਹਾਂ। ਛੁਪੀ ਹੋਈ ਹੀਟ ਦਾ ਮਤਲਬ ਕਿ ਉਹਦੇ ਵਿੱਚ ਸਾਡੇ ਤਾਪਮਾਨ ਦੇ ਵਿੱਚ ਜੋ ਤਬਦੀਲੀ ਹੈ
ਉਹ ਨਹੀਂ ਆਉਂਦੀ, ਪਰ ਜੋ ਮਟੀਰੀਅਲ ਦੀ ਦਸ਼ਾ ਹੈ, ਜੋ ਪਦਾਰਥ ਦੀ ਦਸ਼ਾ ਹੈ, ਉਹ ਬਦਲ ਜਾਂਦੀ ਹੈ। ਜਿਵੇਂ ਉਦਾਹਰਣ ਦੇ ਤੌਰ 'ਤੇ ਅਸੀਂ ਇੱਥੇ ਇੱਕ ਐਗਜ਼ਾਮਪਲ ਲਈਏ, ਸਾਡੇ ਕੋਲੇ 0 ਡਿਗਰੀ ਸੈਲਸੀਅਸ 'ਤੇ ਆਈਸ ਹੈ, ਬਰਫ਼ ਹੈ। ਅਸੀਂ ਉਸ ਬਰਫ਼ ਨੂੰ ਹੀਟ ਦੇਣੀ ਸ਼ੁਰੂ ਕਰੀਏ ਤਾਂ ਉਹ ਬਰਫ਼ ਖੁਰਨਾ ਸ਼ੁਰੂ ਹੋ ਜਾਏਗੀ, ਅਤੇ ਜੋ ਪਾਣੀ ਦੇ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਜੂ, ਅਤੇ ਪਾਣੀ ਦਾ ਜੋ ਤਾਪਮਾਨ ਹੈ ਉਹ ਵੀ ਸਾਡਾ 0 ਡਿਗਰੀ ਸੈਲਸੀਅਸ ਹੈ। ਜੇ ਪਾਣੀ ਹੁਣ ਉੱਥੇ ਦਸ਼ਾ ਚੇਂਜ ਹੋਈ, ਪਹਿਲਾਂ ਉਹ ਸੋਲਿਡ ਸੀ, ਆਈਸ ਦੇ ਰੂਪ 'ਚ ਸੀ, ਬਾਅਦ 'ਚ ਪਾਣੀ ਬਣ ਗਿਆ, ਦਸ਼ਾ ਉਹਦੀ ਚੇਂਜ ਹੋ ਗਈ, ਪਰ ਤਾਪਮਾਨ ਆਈਸ ਦਾ ਵੀ 0 ਡਿਗਰੀ ਸੀ ਅਤੇ ਪਾਣੀ ਦਾ ਤਾਪਮਾਨ ਵੀ ਸਾਡਾ 0 ਡਿਗਰੀ ਸੀ। ਤਾਂ ਇਹ ਸਾਡੀ ਹੋ ਗਈ ਲੇਟੈਂਟ ਹੀਟ ਆਫ ਫਿਊਜ਼ਨ। ਇਸੇ ਤਰ੍ਹਾਂ ਸਾਡੀ ਲੇਟੈਂਟ ਹੀਟ ਆਫ ਵੇਪੋਰਾਈਜੇਸ਼ਨ ਹੈ। ਹੁਣ ਉਹ ਪਾਣੀ 0 ਡਿਗਰੀ 'ਤੇ ਆ ਗਿਆ, ਅਸੀਂ ਉਹਨੂੰ ਫਿਰ ਦੁਬਾਰਾ ਹੋਰ ਹੀਟ ਦੇ ਰਹੇ ਹਾਂ। ਇਸ ਪ੍ਰਕਿਰਿਆ ਦੇ ਨਾਲ ਜੋ ਉਸ ਪਾਣੀ ਦਾ ਤਾਪਮਾਨ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ। ਉਹ ਪਾਣੀ ਦਾ ਤਾਪਮਾਨ 100 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਤਾਂ ਹੁਣ ਉਹ 0 ਡਿਗਰੀ 'ਤੇ ਵੀ ਪਾਣੀ ਸੀ ਅਤੇ 100 ਡਿਗਰੀ 'ਤੇ ਵੀ ਪਾਣੀ ਹੈ। ਤਾਂ ਇਹਦਾ ਮਤਲਬ ਉਸ ਪਦਾਰਥ ਦੀ ਦਸ਼ਾ ਨਹੀਂ ਬਦਲੀ, ਪਰ ਤਾਪਮਾਨ ਬਦਲ ਗਿਆ। ਤਾਂ ਇਹਦਾ ਮਤਲਬ ਇਸ ਸਮੇਂ ਉਹਦੇ ਵਿੱਚ ਜੋ ਹੀਟ ਐਡ ਹੋਈ ਉਹ ਸਾਡੀ ਸੈਂਸੀਬਲ ਹੀਟ ਹੈ। ਅਤੇ 100 ਤੋਂ ਬਾਅਦ ਜੇ ਅਸੀਂ ਫਿਰ ਉਹਦੇ 'ਚ ਹੀਟ ਹੋਰ ਐਡ ਕਰਾਂਗੇ ਤਾਂ ਉਹ ਪਾਣੀ ਭਾਫ਼ ਬਣ ਕੇ ਉੱਡਣਾ ਸ਼ੁਰੂ ਹੋ ਜੂ, ਪਰ ਉਹਦਾ ਤਾਪਮਾਨ ਜੋ ਹੈ ਉਹ 100 ਡਿਗਰੀ ਸੈਲਸੀਅਸ ਰਹੂਗਾ। ਤਾਂ ਇੱਥੇ ਫਿਰ ਉਹਦਾ ਤਾਪਮਾਨ ਜੋ ਹੈ ਸਥਿਰ ਰਿਹਾ, ਪਰ ਦਸ਼ਾ ਦੇ ਵਿੱਚ ਤਬਦੀਲੀ ਹੋਣੀ ਸ਼ੁਰੂ ਹੋ ਗਈ, ਉਹ ਤਰਲ ਤੋਂ ਗੈਸ ਅਵਸਥਾ ਦੇ ਵਿੱਚ ਚੇਂਜ ਹੋਣਾ ਸ਼ੁਰੂ ਹੋ ਗਿਆ। ਤਾਂ ਉਹਨੂੰ ਅਸੀਂ ਲੇਟੈਂਟ ਹੀਟ ਆਫ ਵੇਪੋਰਾਈਜੇਸ਼ਨ ਕਹਿੰਦੇ ਆ। MCQ ਦੇ ਤੌਰ 'ਤੇ ਇੱਥੇ ਤੁਹਾਡੇ ਇੱਕ ਬਹੁਤ ਯਾਦ ਰੱਖਣ ਵਾਲੀ ਗੱਲ ਹੈ ਕਿ ਜੋ ਲੇਟੈਂਟ ਹੀਟ ਆਫ ਫਿਊਜ਼ਨ ਹੈ, ਕਿ ਜੇ ਅਸੀਂ 1 ਕਿਲੋ ਬਰਫ਼ ਦੀ ਗੱਲ ਕਰੀਏ, 1 ਕਿਲੋ ਬਰਫ਼ ਨੂੰ ਜੇ ਅਸੀਂ 0 ਡਿਗਰੀ ਤਾਪਮਾਨ 'ਤੇ 0 ਡਿਗਰੀ ਵਾਟਰ ਦੇ ਵਿੱਚ ਕਨਵਰਟ ਕਰਨਾ, ਤਾਂ ਸਾਨੂੰ ਉਹਦੇ ਵਾਸਤੇ 80 ਕਿਲੋ ਕੈਲੋਰੀ ਜੋ ਹੀਟ ਹੈ ਉਹਦੀ ਜ਼ਰੂਰਤ ਪੈਂਦੀ ਹੈ। ਇਸੇ ਤਰ੍ਹਾਂ ਸਾਡੇ ਕੋਲੇ ਜੋ 1 ਕਿਲੋ ਪਾਣੀ ਹੈ 100 ਡਿਗਰੀ ਸੈਲਸੀਅਸ 'ਤੇ ਉਹਨੂੰ ਭਾਫ਼ ਦੇ ਵਿੱਚ ਕਨਵਰਟ ਕਰਨ ਵਾਸਤੇ ਜੋ ਲੇਟੈਂਟ ਹੀਟ ਆਫ ਵੇਪੋਰਾਈਜੇਸ਼ਨ ਹੈ ਉਹ 538.75 ਕਿਲੋ ਕੈਲੋਰੀ ਹੀਟ ਦੀ ਜੋ ਸਾਨੂੰ ਜ਼ਰੂਰਤ ਪੈਂਦੀ ਹੈ। ਸੈਂਸੀਬਲ ਹੀਟ ਅਤੇ ਲੇਟੈਂਟ ਹੀਟ ਦੀ ਅਸੀਂ ਗੱਲ ਕਿਉਂ ਕੀਤੀ, ਕਿਉਂਕਿ ਜਦੋਂ ਅਸੀਂ ਇੱਕ ਏਅਰ ਕੰਡੀਸ਼ਨਰ ਨੂੰ ਡਿਜ਼ਾਈਨ ਕਰਦੇ ਹਾਂ ਤਾਂ ਸਾਡੇ ਜੋ ਵੱਖ-ਵੱਖ ਤਰ੍ਹਾਂ ਦੇ ਪਦਾਰਥ ਆ ਉਹਨਾਂ ਦੇ ਵਿੱਚੋਂ ਸਾਨੂੰ ਇਹ ਦੋਨੇ ਹੀਟਸ ਪ੍ਰਾਪਤ ਹੁੰਦੀਆਂ। ਉਹਦੇ 'ਚੋਂ ਸਾਨੂੰ ਸੈਂਸੀਬਲ ਹੀਟ ਵੀ ਮਿਲਦੀ ਹੈ ਅਤੇ ਲੇਟੈਂਟ ਹੀਟ ਵੀ ਜੋ ਹੈ ਉਹ ਮਿਲਦੀ ਹੈ। ਤਾਂ ਇਸ ਕਰਕੇ ਇਹ ਸਾਡੇ ਵਾਸਤੇ ਕੈਲਕੂਲੇਸ਼ਨਸ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਕਿ ਕਿਹੜੇ-ਕਿਹੜੇ ਪਦਾਰਥਾਂ ਤੋਂ ਸਾਨੂੰ ਸੈਂਸੀਬਲ ਹੀਟ ਮਿਲ ਰਹੀ ਹੈ, ਕਿੰਨੀ ਮਿਲ ਰਹੀ ਹੈ, ਅਤੇ ਕਿਹੜੇ-ਕਿਹੜੇ ਪਦਾਰਥਾਂ ਤੋਂ ਲੇਟੈਂਟ ਹੀਟ ਆ, ਤਾਂ ਕਿ ਅਸੀਂ ਉਸ ਜਗ੍ਹਾ ਦਾ ਟੋਟਲ ਹੀਟ ਕੈਲਕੂਲੇਟ ਕਰਕੇ ਉਹਦੇ ਹਿਸਾਬ ਨਾਲ ਜੋ ਸਾਡਾ ਏਅਰ ਕੰਡੀਸ਼ਨਰ ਦੀ ਕਪੈਸਿਟੀ ਅਸੀਂ ਨਿਰਧਾਰਿਤ ਕਰ ਸਕੀਏ। ਹੁਣ ਅਸੀਂ ਕੁਛ ਹੀਟ ਕਨਵਰਜ਼ਨ ਫੈਕਟਰਸ ਦੇ ਬਾਰੇ ਗੱਲ ਕਰਾਂਗੇ। 1 ਕਿਲੋ ਕੈਲਰੀ ਹੈ ਜੋ ਉਹ 3.97 BTU ਦੇ ਬਰਾਬਰ ਹੈ, ਬ੍ਰਿਟਿਸ਼ ਥਰਮਲ ਯੂਨਿਟ। ਜਿਵੇਂ ਅਸੀਂ ਆਮ ਤੌਰ 'ਤੇ AC ਦੀ ਜੋ ਕਪੈਸਿਟੀ ਹੈ ਉਹ ਟਨਸ ਦੇ ਵਿੱਚ ਗੱਲ ਕਰਦੇ ਹਾਂ। ਜੋ 1 ਟਨ ਕਪੈਸਿਟੀ ਹੈ ਉਹ 12,000 BTU ਪ੍ਰਤੀ ਘੰਟਾ ਦੇ ਬਰਾਬਰ ਹੈ, ਜਾਂ ਉਸ ਨੂੰ ਅਸੀਂ 3024 ਕਿਲੋ ਕੈਲੋਰੀ ਪ੍ਰਤੀ ਘੰਟਾ ਕਹਿ ਸਕਦੇ ਹਾਂ। ਇਸੇ ਤਰ੍ਹਾਂ ਤੁਸੀਂ ਆਮ ਤੌਰ 'ਤੇ ਦੇਖਿਆ ਹੋਊਗਾ ਕਿ ਜੋ 1 ਟਨ ਦਾ AC ਹੈ ਉਹ ਅਪਰੋਕਸੀਮੇਟ 3.5 ਕਿਲੋਵਾਟ ਦੀ ਜਿਹੜੀ ਉਹਦੀ ਸਮਰੱਥਾ ਹੁੰਦੀ ਹੈ, ਜਾਂ ਉਹਨੂੰ ਅਸੀਂ ਵਾਟ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਉਹ 3519 ਵਾਟ ਹੋ ਸਕਦਾ ਹੈ। ਜਿਵੇਂ ਅਸੀਂ ਪਹਿਲਾਂ ਹੀਟ ਕੈਲਕੂਲੇਸ਼ਨ ਦੀ ਗੱਲ ਕਰ ਰਹੇ ਸੀ, ਤਾਂ ਹੀਟ ਕੈਲਕੂਲੇਸ਼ਨ ਵਾਸਤੇ ਕਿਸੇ ਜਗ੍ਹਾ ਦਾ ਸਾਡੇ ਕੋਲ ਇਹ ਫਾਰਮੂਲਾ ਹੈ। ਇਹਦੇ ਵਿੱਚ ਸਾਡੇ ਕੋਲ ਕੀ ਹੈ ਕਿ ਜੋ Q ਹੈ, Q ਸਾਡੀ ਉਸ ਕਮਰੇ ਦੀ ਟੋਟਲ ਹੀਟ ਹੈ। Q ਬਰਾਬਰ ਹੈ ਜੋ U ਗੁਣਾ ਏਰੀਆ ਆਫ ਸਰਫੇਸ ਇਨਟੂ ਟੈਂਪਰੇਚਰ ਡਿਫਰੈਂਸ। ਏਰੀਆ ਆਫ ਸਰਫੇਸ ਦਾ ਮਤਲਬ ਕੀ ਹੈ, ਹੁਣ ਜਿਵੇਂ ਮੈਂ ਉਦਾਹਰਨ ਮਾਤਰ ਕਹਿੰਦਾ ਵੀ ਇੱਕ ਕਮਰੇ ਵਾਸਤੇ ਅਸੀਂ ਚੈੱਕ ਕਰ ਰਹੇ ਹਾਂ, ਉਸ ਕਮਰੇ ਦੀਆਂ ਸਪੋਜ਼ ਕਰੋ 2 ਦੀਵਾਰਾਂ ਦਾ ਜਾਂ 4 ਦੀਵਾਰਾਂ ਦਾ ਅਸੀਂ ਦੇਖ ਰਹੇ ਹਾਂ ਵੀ ਸਰਫੇਸ ਏਰੀਆ ਕਿੰਨਾ, ਕਿਹੜੀ ਦੀਵਾਰ ਦੇ ਥਰੂ ਕਿੰਨੀ ਹੀਟ ਟਰਾਂਸਫਰ ਹੋ ਰਹੀ ਹੈ, ਛੱਤ ਦੇ ਥਰੂ ਕਿੰਨੀ ਹੀਟ ਟਰਾਂਸਫਰ ਹੋ ਰਹੀ ਹੈ, ਫਰਸ਼ ਦੇ ਥਰੂ ਕਿੰਨੀ ਹੋ ਰਹੀ ਹੈ। ਇਸੇ ਤਰ੍ਹਾਂ ਵੱਖ-ਵੱਖ ਸਰਫੇਸ ਸਾਡੇ ਹੋ ਸਕਦੇ ਆ, ਉਹਦੇ 'ਚ ਡੋਰ ਹੋ ਸਕਦੇ ਆ, ਵਿੰਡੋ ਹੋ ਸਕਦੇ ਆ, ਗਲਾਸ ਏਰੀਆ ਹੋ ਸਕਦਾ ਹੈ। ਤਾਂ ਜਦੋਂ ਅਸੀਂ ਕਿਸੇ ਜਗ੍ਹਾ ਦੀ ਜਿਹੜੀ ਹੀਟ ਕੈਲਕੂਲੇਸ਼ਨ ਕਰਨੀ ਹੈ ਤਾਂ ਅਸੀਂ ਉਹ ਇਸ ਤਰ੍ਹਾਂ ਕਰਕੇ ਕੱਲੀ ਚੀਜ਼ ਦੀ ਕੈਲਕੂਲੇਟ ਕਰਕੇ ਟੋਟਲ ਹੀਟ ਫਾਈਂਡ ਆਊਟ ਕਰਨੀ ਹੈ। ਇੱਥੇ ਸਭ ਤੋਂ ਪਹਿਲਾਂ ਅਸੀਂ U ਦੀ ਗੱਲ ਕਰਦੇ ਹਾਂ। ਜਿਹੜਾ U ਹੈ ਉਹ ਤੁਹਾਡਾ ਕੋਫੀਸ਼ੀਐਂਟ ਆਫ ਹੀਟ ਫਲੋ ਹੁੰਦਾ ਹੈ, ਜੋ ਕਿ ਸਾਡੇ ਮਟੀਰੀਅਲ ਦੇ ਉੱਪਰ ਨਿਰਧਾਰਿਤ ਹੈ। ਵੀ ਉਹ ਜਿਵੇਂ ਬ੍ਰਿਕ ਹੈ, ਬ੍ਰਿਕ ਵਾਸਤੇ ਅਸੀਂ ਉਦਾਹਰਨ ਮਾਤਰ ਜਿਵੇਂ 0.24 ਉਹਦੀ ਵੈਲਿਊ ਲੈ ਸਕਦੇ ਹਾਂ। ਉਸੇ ਤਰ੍ਹਾਂ ਗਲਾਸ ਵਾਸਤੇ ਉਹਦੀ ਵੈਲਿਊ ਕੁਛ ਵੱਖ ਹੈ,
ਹਰੇਕ ਮਟੀਰੀਅਲਸ ਵਾਸਤੇ ਇਹਦਾ ਫੈਕਟਰ ਜੋ ਹੈ ਉਹ ਵੱਖਰਾ ਵੱਖਰਾ ਹੋਊਗਾ। ਤੇ ਉਸੇ ਤਰ੍ਹਾਂ ਅਸੀਂ ਉਸ ਸਰਫੇਸ ਦਾ ਉਹਦਾ ਖੇਤਰਫਲ ਕੱਢ ਕੇ ਇੱਥੇ ਭਰਾਂਗੇ। ਟੈਂਪਰੇਚਰ ਡਿਫਰੈਂਸ ਦਾ ਮਤਲਬ ਇਹ ਹੈ ਕਿ ਬਾਹਰਲੇ ਪਾਸੇ ਟੈਂਪਰੇਚਰ ਕਿੰਨਾ ਹੈ ਤੇ ਉਸ ਦੇ ਅੰਦਰਲੇ ਪਾਸੇ ਟੈਂਪਰੇਚਰ ਕਿੰਨਾ ਤਾਪਮਾਨ ਦੇ ਵਿੱਚ ਅੰਤਰ ਹੈ। ਇਸ ਫਾਰਮੂਲੇ ਦੇ ਵਿੱਚ ਅਸੀਂ ਵੈਲਿਊ ਪੁੱਟ ਕਰਕੇ ਉਹਦਾ ਜੋ ਹੀਟ ਕੈਲਕੂਲੇਸ਼ਨ ਅਸੀਂ ਕਰ ਸਕਦੇ ਹਾਂ। ਜਿਵੇਂ ਹੁਣ ਇਹਦੇ 'ਚ ਫਿਰ ਇੱਕ ਐਗਜ਼ਾਮਪਲ ਲਈ ਹੈ, ਸਪੋਜ਼ ਕਰੋ ਇੱਕ ਸਾਡੇ ਕੋਲੇ ਕੰਧ ਹੈ ਜੋ ਕਿ 15 ਫੁੱਟ ਬਾਏ 12 ਫੁੱਟ ਦੀ ਹੈ ਤੇ ਉਹਦਾ ਜੋ ਬ੍ਰਿਕ ਮਟੀਰੀਅਲ ਦੀ ਬਣੀ ਹੋਈ ਹੈ ਉਹਦਾ ਜੋ ਯੂ ਫੈਕਟਰ ਹੈ ਉਹ 0.24 ਹੈ। ਬਾਹਰਲੇ ਤਾਪਮਾਨ ਤੇ ਅੰਦਰਲੇ ਤਾਪਮਾਨ ਦੇ ਵਿੱਚ ਜੋ ਅੰਤਰ ਹੈ ਉਹ ਸਾਡਾ 50 ਡਿਗਰੀ ਫਾਰਨਾਈਟ ਹੈ। ਤੇ ਅਸੀਂ ਫਾਰਮੂਲੇ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਯੂ ਦੀ ਜੋ ਸਾਡੀ ਵੈਲਿਊ ਹੈ ਉਹ 0.24। ਏਰੀਆ ਜੇ ਅਸੀਂ ਕੱਢੀਏ ਖੇਤਰਫਲ, ਜਿਵੇਂ ਵਾਲ ਦਾ ਸਾਡੇ ਕੋਲੇ ਸੀਗਾ 15 ਤੇ 12 ਫੁੱਟ, 15 ਗੁਣਾ 12 ਲੰਬਾਈ ਗੁਣਾ ਚੌੜਾਈ ਨਾਲ ਖੇਤਰਫਲ ਜੋ ਸਾਡਾ ਹੈ ਉਹ 180 ਆ ਜਾਂਦਾ ਹੈ। ਚੇਂਜ ਇਨ ਟੈਂਪਰੇਚਰ ਜੋ ਸਾਡਾ ਸੀ ਬਾਹਰ ਤੇ ਅੰਦਰ ਦੇ ਤਾਪਮਾਨ 'ਚ ਫਰਕ 50 ਡਿਗਰੀ, ਤੇ ਇਹਦੀ ਸਾਡੀ ਕੈਲਕੂਲੇਸ਼ਨ ਕਰਕੇ ਜੋ ਹੈ ਉਹ 2160 BTU ਪ੍ਰਤੀ ਘੰਟਾ, ਇਹ ਅਸੀਂ ਇੱਕ ਦੀਵਾਰ ਦਾ ਕੈਲਕੂਲੇਟ ਕੀਤਾ ਹੈ। ਇਸੇ ਤਰ੍ਹਾਂ ਤੁਸੀਂ ਵੱਖ-ਵੱਖ ਤਰ੍ਹਾਂ ਦੇ ਲੋਡ, ਵੱਖ-ਵੱਖ ਦੀਵਾਰਾਂ ਦਾ, ਡੋਰਸ ਦਾ, ਇਸ ਤਰ੍ਹਾਂ ਲੋਡ ਇਹਦਾ ਕੈਲਕੂਲੇਟ ਕਰਕੇ ਉਹਦੀ ਟੋਟਲ BTU ਫਾਈਂਡ ਆਊਟ ਕਰ ਸਕਦੇ ਹੋ। ਤੇ ਜੇ ਤੁਸੀਂ ਉਸ ਪਲਾਂਟ ਦੀ ਕਪੈਸਿਟੀ ਟਨਸ ਦੇ ਵਿੱਚ ਕੈਲਕੂਲੇਟ ਕਰਨੀ ਹੈ ਤਾਂ ਜਿਵੇਂ ਅਸੀਂ ਪਿੱਛੇ ਪੜ੍ਹਿਆ ਹੈ ਕਿ ਜੋ 1 ਟਨ ਹੈ ਉਹ 12000 BTU ਪ੍ਰਤੀ ਘੰਟਾ ਦੇ ਬਰਾਬਰ ਹੈ। ਤਾਂ ਜਿੰਨਾ ਟੋਟਲ BTU ਪ੍ਰਤੀ ਘੰਟਾ ਹੈ ਉਹਨੂੰ 12000 ਨਾਲ ਡਿਵਾਈਡ ਕਰਕੇ, 12000 ਨਾਲ ਭਾਗ ਕਰਕੇ ਅਸੀਂ ਉਹਦੀ ਟਨਸ ਦੇ ਵਿੱਚ ਜੋ ਕਪੈਸਿਟੀ ਹੈ ਅਪਰੋਕਸੀਮੇਟ ਉਹ ਫਾਈਂਡ ਆਊਟ ਕਰ ਸਕਦੇ ਹਾਂ। ਅੱਜ ਦੇ ਜੋ ਇਸ ਲੈਕਚਰ ਦੇ ਵਿੱਚ ਅਸੀਂ ਏਅਰ ਡਿਸਟਰੀਬਿਊਸ਼ਨ ਕੰਡੀਸ਼ਨਡ ਸਪੇਸ ਦੇ ਵਿੱਚ ਕਿਵੇਂ ਕੀਤੀ ਜਾਂਦੀ ਹੈ, ਕੀ ਉਹਦੀਆਂ ਰਿਕੁਆਇਰਮੈਂਟਸ ਨੇ ਤੇ ਕੀ ਉਹਦੇ ਵਾਸਤੇ ਚੀਜ਼ਾਂ ਹੋਣੀਆਂ ਚਾਹੀਦੀਆਂ ਸਾਡੇ ਕੋਲੇ, ਤੇ ਇੱਕ AC ਦੇ ਜੋ ਡਿਜ਼ਾਈਨ ਵਾਸਤੇ ਕਿਹੜੇ ਹੀਟ ਲੋਡ ਹੈ ਉਹਦਾ ਸਰਵੇ ਕਿਵੇਂ ਕੀਤਾ ਜਾਂਦਾ ਹੈ, ਉਹਦੇ ਬਾਰੇ ਆਪਾਂ ਡਿਸਕਸ ਕੀਤਾ ਜੀ। ਧੰਨਵਾਦ।